सानू यह क्लीयर होया कि जिहड़ा एक वैपन कुछ एक दिन पहला चोरी होया सीगा इंसास राइफल उहदे नाल कुछ कारतूस भी जिहड़े हैगे चोरी होए सीगे ਉਹੀ ਵੈਪਨ ਜਿਹੜਾ ਹੈਗਾ ਉਹ ਇਸ ਇਨਸੀਡੈਂਟ ਵਿੱਚ ਯੂਜ਼ ਕੀਤਾ ਗਿਆ। ਕੁਝ ਇੱਕ ਬੰਦਿਆਂ ਨੂੰ ਸ਼ੱਕ ਦੇ ਆਧਾਰ ਤੇ ਪੁੱਛਗਿੱਛ ਵਾਸਤੇ ਆਪਣੇ ਕੋਲ ਬੁਲਾਇਆ ਹੋਇਆ ਸੀ ਤੇ ਜਿਹੜੇ ਬੰਦੇ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਕਿ 4:30 ਵਜੇ ਉਹਨੇ ਦੋ ਬੰਦਿਆਂ ਨੂੰ ਕੁਰਤਾ ਪਜਾਮਾ ਪਾ ਕਰਕੇ ਭੱਜਦੇ ਹੋਏ ਜੰਗਲ ਵੱਲ ਨੂੰ ਦੇਖਿਆ ਹੈ। ਉਹਦੀ ਪੁੱਛਗਿੱਛ ਜਦੋਂ ਫਰਕ ਆਇਆ ਬਾਰ-ਬਾਰ ਉਹ ਬਿਆਨਾਂ ਨੂੰ ਚੇਂਜ ਕਰ ਰਿਹਾ ਸੀ ਤੇ ਅਸੀਂ ਉਹਦੀ ਸਖਤਾਈ ਦੇ ਨਾਲ ਥੋੜੀ ਪੁੱਛਗਿੱਛ ਕੀਤੀ ਤਾਂ ਉਹਨੇ ਮੰਨਿਆ ਔਰ ਉਸਨੇ ਕੁਝ ਇੱਕ ਦਿਨ ਪਹਿਲਾਂ ਵੈਪਨ ਇੰਸਾਸ ਦਾ ਜਿਹੜਾ ਹੈਗਾ 20 ਕਾਰਤੂਸਾਂ ਦੇ ਨਾਲ ਮੈਗਜ਼ੀਨ ਸਮੇਤ ਤੇ 8 ਰੌਂਦ ਜਿਹੜੇ ਸੀਗੇ LMG ਦੇ ਉਹ ਚੋਰੀ ਕੀਤੇ ਸੀਗੇ। ਇਸੇ ਮੰਤਵ ਨਾਲ ਕੀਤੇ ਸੀ ਕਿਉਂਕਿ ਇਹਦੀ ਕੁਝ ਪਰਸਨਲ ਰੰਜਿਸ਼ ਸੀਗੀ ਉਸ ਬੰਦਿਆਂ ਦੇ ਨਾਲ ਔਰ ਇਹ ਉਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦਾ ਸੀ ਔਰ ਇਹਦੀ ਨਿਸ਼ਾਨਦੇਹੀ ਤੇ ਆਪਾਂ ਉੱਥੋਂ ਕੁੱਲ 7 ਕਾਰਤੂਸ ਬਰਾਮਦ ਕੀਤੇ ਹੈਗੇ ਨੇ ਜਿਹਦੇ ਵਿੱਚੋਂ 6 ਕਾਰਤੂਸ ਜਿੰਦਾ ਸੀਗੇ ਜਿਹੜੇ ਇਹਨੇ 8 ਕਾਰਤੂਸ ਚੋਰੀ ਕੀਤੇ ਸੀਗੇ LMG ਵਿੱਚੋਂ ਉਹ ਸੀ ਔਰ ਇੱਕ ਮਿਸ ਫਾਇਰ ਹੋਇਆ ਸੀਗਾ ਜਦੋਂ ਇਹਨੇ ਬੰਦਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਬਠਿੰਡਾ ਛਾਉਣੀ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਭਾਰਤੀ ਫੌਜ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ। ਦੱਸਦੇ ਕਿ ਬਠਿੰਡਾ ਛਾਉਣੀ 'ਚ 4 ਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਪੁਲਿਸ ਨੇ ਫੌਜ ਦੇ ਜਵਾਨ ਨੂੰ ਹੀ ਗ੍ਰਿਫਤਾਰ ਕੀਤਾ ਹੈ। 12 ਅਪ੍ਰੈਲ ਨੂੰ ਇੱਕ ਮੰਦਭਾਗੀ ਘਟਨਾ ਆਪਣੇ ਜ਼ਿਲ੍ਹੇ ਵਿੱਚ ਵਾਪਰੀ ਸੀ ਜਦੋਂ ਤੜਕੇ ਸਵੇਰੇ 4:30 ਵਜੇ ਕਰੀਬ 4 ਜਵਾਨ ਜਿਹੜੇ ਹੈਗੇ ਆਰਮੀ ਦੇ ਉਹਨਾਂ ਤੋਂ ਕਿਸੇ ਬੰਦੇ ਨੇ ਗੋਲੀਆਂ ਮਾਰ ਕਰਕੇ ਉਹਨਾਂ ਦਾ ਕਤਲ ਕਰਤਾ ਸੀਗਾ ਔਰ ਕਾਫੀ ਇਸ ਚੀਜ਼ ਦਾ ਸੈਂਸਿਟੀਵਿਟੀ ਸੀਗੀ ਬਿਕੋਜ਼ ਇੱਕ ਤੇ ਤਲਵੰਡੀ ਸਾਬੋ ਜਿਹੜਾ ਹੈਗਾ ਸਾਡਾ ਵਿਸਾਖੀ ਦਾ ਮੇਲਾ ਚੱਲ ਰਿਹਾ ਸੀਗਾ ਔਰ ਇਹੋ ਜਿਹੇ ਮਾਹੌਲ ਵਿੱਚ ਕੰਟੋਨਮੈਂਟ ਏਰੀਆ ਵਿੱਚ ਜਦੋਂ 4 ਜਵਾਨਾਂ ਨੂੰ ਕੋਈ ਬੰਦਾ ਮਾਰ ਕੇ ਚਲਾ ਜਾਏ ਤਾਂ ਉਸ ਚੀਜ਼ ਦੀ ਸੈਂਸਿਟੀਵਿਟੀ ਇੱਕ ਵੱਖਰੀ ਹੋ ਜਾਂਦੀ ਹੈਗੀ ਹੈ। ਉਸ ਤੋਂ ਬਾਅਦ ਕਾਫੀ ਅਫਵਾਹਾਂ ਵੀ ਉੜੀਆਂ ਕਿ 2 ਬੰਦੇ ਸੀਗੇ ਜਿਹੜੇ ਕੁਰਤਾ ਪਜਾਮਾ ਪਾ ਕਰਕੇ ਆਏ ਸੀਗੇ ਅੰਦਰ ਔਰ ਉਹਨਾਂ ਨੇ ਆ ਕਰਕੇ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਿਹਦੇ ਨਾਲ ਸਾਨੂੰ ਸ਼ੱਕ ਹੋ ਗਿਆ ਕਿ ਕਿਤੇ ਟੈਰਰਿਸਟ ਇਨਸੀਡੈਂਟ ਨਾ ਹੋਵੇ। ਬਟ ਜਦੋਂ ਆਪਾਂ ਇਨਵੈਸਟੀਗੇਸ਼ਨ ਇਹਦੀ ਸ਼ੁਰੂ ਕੀਤੀ ਅਗਲੀ ਤੇ ਸਾਨੂੰ ਇਹ ਕਲੀਅਰ ਹੋਇਆ ਕਿ ਜਿਹੜਾ ਇੱਕ ਵੈਪਨ ਕੁਝ ਇੱਕ ਦਿਨ ਪਹਿਲਾਂ ਚੋਰੀ ਹੋਇਆ ਸੀਗਾ ਇੰਸਾਸ ਰਾਈਫਲ ਉਹਦੇ ਨਾਲ ਕੁਝ ਕਾਰਤੂਸ ਵੀ ਜਿਹੜੇ ਹੈਗੇ ਚੋਰੀ ਹੋਏ ਸੀਗੇ ਉਹੀ ਵੈਪਨ ਜਿਹੜਾ ਹੈਗਾ ਉਹ ਇਸ ਇਨਸੀਡੈਂਟ ਵਿੱਚ ਯੂਜ਼ ਕੀਤਾ ਗਿਆ ਸੀ ਔਰ ਸਾਨੂੰ ਪਤਾ ਹੈਗਾ ਕਿ ਜਦੋਂ ਇਹੋ ਜਿਹੇ ਇਨਸੀਡੈਂਟ ਵਿੱਚ ਕੋਈ ਵੈਪਨ ਇੰਟਰਨਲ ਯੂਜ਼ ਹੋਵੇ ਤੇ ਹਮੇਸ਼ਾ ਇਹ ਮੰਨਿਆ ਜਾਂਦਾ ਹੈ ਕਿ ਕੋਈ ਨਾ ਕੋਈ ਇੰਟਰਨਲ ਬੰਦਾ ਹੀ ਇਹਦੇ ਵਿੱਚ ਇਨਵੋਲਵ ਹੈ। ਆਰਮੀ ਦੇ ਨਾਲ ਸਾਡੀ ਚੰਗੀ ਜਿਹੜੀ ਹੈਗੀ ਹੈ ਸਰਚ ਆਪਰੇਸ਼ਨਸ ਔਰ ਤਫਤੀਸ਼ ਜਿਹੜੀ ਹੈਗੀ ਹੈ ਲਗਾਤਾਰ ਆਪਾਂ ਇੱਕ ਦੂਜੇ ਨੂੰ ਕੋਆਪਰੇਟ ਕਰਦੇ ਰਹੇ ਹਾਂ ਔਰ ਇਨਵੈਸਟੀਗੇਸ਼ਨ ਕਰਦਿਆਂ ਹੋਇਆ ਕੱਲ ਸਾਨੂੰ ਇੱਕ ਬ੍ਰੇਕ ਥਰੂ ਮਿਲਿਆ ਜਦੋਂ ਆਪਾਂ ਕੁਝ ਇੱਕ ਬੰਦਿਆਂ ਨੂੰ ਸ਼ੱਕ ਦੇ ਆਧਾਰ ਤੇ ਪੁੱਛਗਿੱਛ ਵਾਸਤੇ ਆਪਣੇ ਕੋਲ ਬੁਲਾਇਆ ਹੋਇਆ ਸੀ ਤੇ ਜਿਹੜੇ ਬੰਦੇ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਕਿ 4:30 ਵਜੇ ਉਹਨੇ 2 ਬੰਦਿਆਂ ਨੂੰ ਕੁਰਤਾ ਪਜਾਮਾ ਪਾ ਕਰਕੇ ਭੱਜਦੇ ਹੋਏ ਜੰਗਲ ਵੱਲ ਨੂੰ ਦੇਖਿਆ ਹੈ। ਉਹਦੀ ਪੁੱਛਗਿੱਛ ਜਦੋਂ ਫਰਕ ਆਇਆ ਬਾਰ-ਬਾਰ ਉਹ ਬਿਆਨਾਂ ਨੂੰ ਚੇਂਜ ਕਰ ਰਿਹਾ ਸੀ ਤੇ ਅਸੀਂ ਉਹਦੀ ਸਖਤਾਈ ਦੇ ਨਾਲ ਥੋੜੀ ਪੁੱਛਗਿੱਛ ਕੀਤੀ ਤਾਂ ਉਹਨੇ ਮੰਨਿਆ ਕਿ ਉਹ ਜਿਹੜੇ 4 ਜਵਾਨਾਂ ਨੂੰ ਮਾਰਿਆ ਗਿਆ ਹੈਗਾ ਉਹਦੇ ਵੱਲੋਂ ਹੀ ਮਾਰਿਆ ਗਿਆ ਹੈ ਔਰ ਉਸਨੇ ਕੁਝ ਇੱਕ ਦਿਨ ਪਹਿਲਾਂ ਵੈਪਨ ਇੰਸਾਸ ਦਾ ਜਿਹੜਾ ਹੈਗਾ 20 ਕਾਰਤੂਸਾਂ ਦੇ ਨਾਲ ਮੈਗਜ਼ੀਨ ਸਮੇਤ ਤੇ 8 ਰੌਂਦ ਜਿਹੜੇ ਸੀਗੇ LMG ਦੇ ਉਹ ਚੋਰੀ ਕੀਤੇ ਸੀਗੇ। ਇਸੇ ਮੰਤਵ ਨਾਲ ਕੀਤੇ ਸੀ ਕਿਉਂਕਿ ਇਹਦੀ ਕੁਝ ਪਰਸਨਲ ਰੰਜਿਸ਼ ਸੀਗੀ ਉਸ ਬੰਦਿਆਂ ਦੇ ਨਾਲ ਔਰ ਇਹ ਉਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦਾ ਸੀਗਾ। ਜਦੋਂ ਮੌਕੇ ਦੀ ਆਪਣੀ ਪੜਤਾਲ ਸ਼ੁਰੂ ਕੀਤੀ ਗਈ ਸੀਗੀ ਸਾਡੀ CIA ਦੀ ਟੀਮ SHO ਕੈਂਟ DSP ਸਾਹਿਬ ਔਰ SPD ਸਾਹਿਬ ਮੌਕੇ ਤੇ ਗਏ ਸੀ ਉਦੋਂ ਸਾਨੂੰ 19 ਜਿਹੜੇ ਹੈਗੇ ਨੇ ਖਾਲੀ ਕਾਰਤੂਸ ਮੌਕੇ ਤੋਂ ਬਰਾਮਦ ਹੋਏ ਸੀਗੇ ਜਿਹੜੇ ਕਿ ਇੰਸਾਸ ਰਾਈਫਲ ਦੇ ਸੀਗੇ ਜਿੱਤੋਂ ਇਹ ਵੀ ਕਲੀਅਰ ਹੋ ਗਿਆ ਸੀ ਕਿ ਇੰਸਾਸ ਰਾਈਫਲ ਮੋਸਟ ਪ੍ਰੋਬੇਬਲੀ ਜਿਹੜੀ ਹੈਗੀ ਹੈ ਜੋ ਚੋਰੀ ਹੋਈ ਹੈ ਉਹੀ ਇਹਦੇ ਵਿੱਚ ਇਸਤੇਮਾਲ ਹੋਈ ਹੈ ਔਰ ਕੱਲ ਜਦੋਂ ਇਹਨੇ ਸਾਰਾ ਕੁਝ ਡਿਸਕਲੋਜ਼ ਕੀਤਾ ਉਸ ਤੋਂ ਬਾਅਦ ਅਸੀਂ ਜਾ ਕਰਕੇ ਆਰਮੀ ਏਰੀਆ 'ਚ ਕਾਫੀ ਥੋਰੋ ਸਰਚ ਆਪਰੇਸ਼ਨ ਚਲਾਇਆ ਔਰ ਇਹਦੀ ਨਿਸ਼ਾਨਦੇਹੀ ਤੇ ਆਪਾਂ ਉੱਥੋਂ ਕੁੱਲ 7 ਕਾਰਤੂਸ ਬਰਾਮਦ ਕੀਤੇ ਹੈਗੇ ਨੇ ਜਿਹਦੇ ਵਿੱਚੋਂ 6 ਕਾਰਤੂਸ ਜਿੰਦਾ ਸੀਗੇ ਜਿਹੜੇ ਇਹਨੇ 8 ਕਾਰਤੂਸ ਚੋਰੀ ਕੀਤੇ ਸੀਗੇ LMG ਵਿੱਚੋਂ ਉਹ ਸੀ ਔਰ ਇੱਕ ਮਿਸ ਫਾਇਰ ਹੋਇਆ ਸੀਗਾ ਜਦੋਂ ਇਹਨੇ ਬੰਦਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਪਹਿਲਾ ਰਾਊਂਡ ਇਹਦੇ ਕੋਲੋਂ ਮਿਸ ਫਾਇਰ ਹੋਇਆ ਸੀਗਾ ਜਿਹੜਾ ਇਹਨੇ ਉਠਾ ਕੇ ਆਪਣੀ ਜੇਬ ਵਿੱਚ ਪਾ ਲਿਆ ਸੀਗਾ ਔਰ ਇਨਸੀਡੈਂਟ ਕਰਨ ਤੋਂ ਬਾਅਦ ਨੇੜੇ ਦੇ ਇੱਕ ਸੀਵਰੇਜ ਪਿਟ ਵਿੱਚ ਇਹਨੇ ਲਿਜਾ ਕਰਕੇ ਉਹ ਸਾਰੇ ਦੇ ਸਾਰੇ 8 ਕਾਰਤੂਸ ਜਿੰਦਾ ਤੇ ਇੱਕ ਜਿਹੜਾ ਯੂਜ਼ਡ ਕਾਰਟ੍ਰਿਜ ਸੀਗਾ ਉਹ ਤੇ ਵੈਪਨ ਇਹ ਸਾਰੀ ਚੀਜ਼ਾਂ ਨੇ ਲਿਜਾ ਕਰਕੇ ਉਹਦੇ 'ਚ ਡੰਪ ਕਰਤੀਆਂ ਸੀਗੀਆਂ। ਵੈਪਨ ਸਾਨੂੰ ਉਸੇ ਦਿਨ ਬਰਾਮਦ ਹੋ ਗਿਆ ਸੀਗਾ ਔਰ ਬਾਕੀ ਦੇ ਕਾਰਤੂਸਾਂ ਵਿੱਚੋਂ 9 ਕਾਰਤੂਸਾਂ ਵਿੱਚੋਂ ਸਾਨੂੰ 7 ਕਾਰਤੂਸ ਬਰਾਮਦ ਹੋ ਗਏ ਨੇ। ਬਾਕੀ ਆਰਮੀ ਦੇ ਨਾਲ ਸਾਂਝਾ ਆਪਰੇਸ਼ਨ ਸਾਡਾ ਹਜੇ ਵੀ ਕੈਰਿੰਗ ਔਨ ਹੈ ਉੱਥੇ ਚੱਲ ਰਿਹਾ ਹੈਗਾ। ਜਿਹੜੇ ਇੱਕ ਬੈਗ ਦੇ ਅੰਦਰ ਇਹਨੇ ਵੈਪਨ ਛੁਪਾ ਕੇ ਰੱਖਿਆ ਸੀਗਾ ਉਹ ਵੈਪਨ ਦਾ ਉਹ ਬੈਗ ਵੀ ਆਪਾਂ ਬਰਾਮਦ ਕਰ ਲਿਆ ਹੈ ਤੇ ਜਿਹੜੇ ਕੱਪੜੇ 'ਚ ਇਹਨੇ ਲੁਕਾ ਕਰਕੇ ਕਾਰਤੂਸ ਰੱਖੇ ਸੀਗੇ ਉਹ ਆਪਾਂ ਕੱਪੜਾ ਵੀ ਬਰਾਮਦ ਕਰ ਲਿਆ ਹੈਗਾ। ਇਹਦੇ ਕੋਲ ਕਾਰਨ ਕੀ ਸੀ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਇਹਦੀ ਪਰਸਨਲ ਰੰਜਿਸ਼ ਸੀਗੀ ਕੁਝ ਇੱਕ ਕਾਰਨਾਂ ਕਰਕੇ ਇਹ ਆਪਸ ਵਿੱਚ ਰੰਜਿਸ਼ ਰੱਖਦੇ ਸੀਗੇ ਜਿਨ੍ਹਾਂ ਦੇ ਹਾਲਾਤਾਂ ਵਿੱਚ ਇਹਨੇ ਜਾ ਕਰਕੇ ਉਹ ਬੰਦਿਆਂ ਨੂੰ ਕਤਲ ਕਰਤਾ। ਇਹਦਾ ਦੇਸਾਈ ਮੋਹਨ ਨਾਮ ਹੈਗਾ। ਇਹ ਸਾਰੇ ਸੰਤਰੀ ਡਿਊਟੀ ਤੇ ਕਹਿ ਲਓ ਤੁਸੀਂ ਇੱਕ ਤਰੀਕੇ ਦੇ ਨਾਲ ਸਾਰੇ ਉੱਥੇ ਇੱਕ ਪੁਆਇੰਟ ਤੇ ਹੀ 6 ਬੰਦੇ ਤੈਨਾਤ ਸੀਗੇ ਔਰ ਸਾਂਝੀ ਡਿਊਟੀ ਕਰਦੇ ਹੁੰਦੇ ਸੀ ਵਾਰੀ ਉਹਦੇ ਵਿੱਚੋਂ ਇੱਕ ਬੰਦਾ ਆਇਆ ਸੀਗਾ ਜਿਹਨੇ
ਬਾਕੀ ਦੇ 4 ਬੰਦੇ ਜਿਹੜੇ ਹੈਗੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਇੱਥੇ ਬੰਦੇ ਨੇ ਇਹ 4:30 ਵਜੇ ਜਦੋਂ ਇਨਸੀਡੈਂਟ ਕੀਤਾ ਹੈਗਾ, ਉਸ ਤੋਂ ਬਾਅਦ ਇਹਨੇ ਇਹ ਸਟੋਰੀ ਕਨਕੌਕਟ ਕੀਤੀ, ਕਿਉਂਕਿ ਜੀਓਜ਼ ਮੈਸ ਉੱਥੇ ਨਾਲ ਹੈਗੀ ਹੈ, ਉੱਥੇ ਕੁਝ ਆਫੀਸਰਸ ਵੀ ਆਉਂਦੇ ਨੇ, ਉਹਨਾਂ ਦੇ ਗੈਸਟ ਵੀ ਆਉਂਦੇ ਨੇ। ਇਹਨੇ ਜਾਂ ਤਾਂ ਦੇਖਿਆ ਹੋਣਾ ਕਿ ਕੋਈ ਕੁੜਤੇ ਪਜਾਮੇ ਵਾਲੇ ਬੰਦੇ 1-2 ਦਿਨ ਉੱਥੇ ਆਏ ਸੀਗੇ, ਤੇ ਇਹਨੇ ਉਸ ਹਿਸਾਬ ਨਾਲ ਇੱਕ ਕੁੜਤੇ ਪਜਾਮੇ ਵਾਲੀ ਸਟੋਰੀ ਬਣਾਈ। ਇੱਕ ਵੈਪਨ ਚੁੱਕੀ ਮਿਸਿੰਗ ਸੀਗਾ, ਜਿਹੜਾ ਚੋਰੀ ਹੋਇਆ ਸੀਗਾ, ਉਹ ਵੈਪਨ ਉੱਥੇ ਯੂਜ਼ ਵੀ ਹੋਇਆ, ਤੇ ਇਹਨੇ ਕਹਿਤਾ ਕਿ ਵੈਪਨ ਇਹ ਵਾਲਾ ਜਿਹੜਾ ਹੈਗਾ ਇੰਸਾਸ ਰਾਈਫਲ ਉਹ ਬੰਦੇ ਦੇ ਹੱਥ 'ਚ ਹੈਗੀ ਹੈ, ਕਿਉਂਕਿ ਦੂਜਾ ਕੋਈ ਹੋਰ ਵੈਪਨ ਨਹੀਂ ਸੀਗਾ। ਤੇ ਇਹਨੇ ਇੱਕ ਫਰਸੇ ਜਾਂ ਕੁਲਾੜੀ ਦਾ ਜਿਹੜਾ ਹੈਗਾ ਨਾਂ ਲੈ ਲਿਆ ਕਿ ਦੂਜੇ ਬੰਦੇ ਦੇ ਹੱਥ ਵਿੱਚ ਇੱਕ ਕੁਲਾੜੀ ਸੀਗੀ। ਕਰਨਲ ਸਾਹਿਬ, ਜਿਹੜੇ ਮਾਰੇ ਗਏ ਆ 4 ਬੰਦੇ ਤੇ ਜਿਹੜਾ ਮਾਰਨ ਵਾਲਾ ਆ ਗਿਆ, ਉਹ ਸਹੀ ਹੈ ਸਾਰੀ हिंदी नाल हाँ, जो मारे गए हैं इसमें 4 गनर और जो मारने वाला है कातिल है सिपाही में, वो सारे के सारे अनमैरिड है या मैरिड है इनमें कोई? जो मारने वाला है वो अनमैरिड है और जो सारे डेथ हुए हैं वो भी अनमैरिड है। सर कहाँ के रहने वाले हैं ये? इसकी डिटेल जो है वो अभी इस वक्त डिटेल मुझे जो है आई हैव 2 बंदे तमिलनाडु के हैं, 2 कर्नाटका के हैं, और जिस बंदे ने मारा है ही इज़ फ्रॉम AP आंध्र प्रदेश। हजे वी हैव पुट हिज अरेस्ट, ਆਪਾਂ ਹੁਣ ਕੋਰਟ 'ਚ ਪੇਸ਼ ਕਰਾ ਕਰਕੇ ਇਹਦਾ ਰਿਮਾਂਡ ਲਵਾਂਗੇ, ਉਹਦੇ ਵਿੱਚ ਅੱਗੇ ਹਜੇ ਦੀ ਹੋਰ ਪੁੱਛਗਿੱਛ ਕਰਾਂਗੇ, ਔਰ ਜੋ ਵੀ ਇਨਵੈਸਟੀਗੇਸ਼ਨ ਵਿੱਚ ਆਊਗਾ ਉਸ ਹਿਸਾਬ ਨਾਲ ਵਾਧਾ ਜੁਰਮ ਜਾਂ ਜੋ ਘਾਟਾ ਜੁਰਮ ਕਰਨਾ ਹੋਏਗਾ ਉਸ ਹਿਸਾਬ ਨਾਲ ਤਫਤੀਸ਼ ਜਿਹੜੀ ਹੈਗੀ ਆਪਣਾ ਰੂਟ ਆਪ ਲਵੇਗੀ। सर ये प्रोविजन नहीं हैगी? ਦੇਖੋ ਜੀ CCTV ਕੈਮਰੇ ਹੈਗੇ ਨੇ, ਬਟ ਪੁਆਇੰਟ ਇਜ਼ ਕਿ ਜਿਹੜਾ ਇਹ ਸੈਂਸਿਟਿਵ ਏਰੀਆ ਹੈਗਾ, ਵੀ ਕੈਨ ਨਾਟ ਡਿਸਕਲੋਜ਼ ਕਿੰਨੇ CCTV ਕੈਮਰੇ ਉੱਥੇ ਲੱਗੇ ਹੋਏ ਨੇ। नहीं मतलब ਇੰਨੇ ਦਿਨ ਲੱਗਣ ਦਾ ਕਾਰਨ ਪੁੱਛ ਰਹੇ ਵੀ CCTV ਦੇ ਵਿੱਚ ਦੇਖੋ ਜੀ, ਜਿਹੜਾ ਕਾਤਲ ਹੁੰਦਾ ਹੈਗਾ ਉਹ ਆਪਣਾ ਦਿਮਾਗ ਵੀ ਵਰਤਦਾ ਹੈਗਾ ਕਿ ਕਿਹੜੇ ਪੁਆਇੰਟ ਤੋਂ ਛੁਪ ਕੇ ਨਿਕਲ ਸਕਦਾ ਹੈਗਾ, ਕਿਹੜੇ ਪੁਆਇੰਟ ਤੇ CCTV ਕੈਮਰੇ 'ਚ ਇਹ ਚੀਜ਼ ਕੈਦ ਨਹੀਂ ਹੋਊਗੀ। ਇਸੇ ਕਰਕੇ ਜਿਹੜਾ ਹੈਗਾ CCTV ਕੈਮਰੇ 'ਚ ਸਾਨੂੰ ਆ ਚੀਜ਼ ਨਹੀਂ ਲੱਭੀ, ਔਰ ਪੁਆਇੰਟ ਇਜ਼ ਕਿ ਜਿਹੜੇ ਬੰਦੇ ਨੇ ਕਤਲ ਕੀਤਾ ਸੀਗਾ ਉਹ ਸ਼ੁਰੂ ਤੋਂ ਹੀ ਇਨਵੈਸਟੀਗੇਸ਼ਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼, ਜਿਸ ਤਰ੍ਹਾਂ ਤੁਸੀਂ ਵੀ ਆਪ ਕਿਹਾ, ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਤੇ ਹੁਣ ਐਵਰੀਥਿੰਗ ਇਜ਼ ਕਲੀਅਰ, ਉਹ ਬੰਦੇ ਦੀ ਆਪਾਂ ਅਰੈਸਟ ਪਾ ਲਈ ਹੈਗੀ ਹੈ, ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਾ ਕਰਕੇ ਆਪਾਂ ਉਹਦਾ ਰਿਮਾਂਡ ਲੈ ਕਰਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ, ਔਰ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਆਊਗਾ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ। ਸਰ ਸਾਰੇ ਇੱਕੋ ਯੂਨਿਟ ਦੇ ਨੇ ਜੀ? ਇਹ ਸਾਰੇ ਇੱਕੋ एक ही यूनिट। ਸਰ ਜਿਸ ਤਰ੍ਹਾਂ ਪੜਤਾਲ ਦੌਰਾਨ ਸਰ ਕਿਸੇ ਹੋਰ ਬੰਦੇ ਦੀ ਕੋਈ ਬੜੀ ਯੂਨਿਕ ਸ਼ੱਕੀ ਭੂਮਿਕਾ ਨਹੀਂ, ਹਜੇ ਤੱਕ ਹੋਰ ਕਿਸੇ ਦੀ ਕੋਈ ਸ਼ੱਕੀ ਭੂਮਿਕਾ ਨਹੀਂ ਆਈ ਹੈਗੀ ਹੈ, ਬਟ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ। ਟੈਕਨੀਕਲ ਤੌਰ ਤੇ ਵੀ ਜਿਹੜੇ ਉਹਦੇ ਮੋਬਾਈਲ ਹੈਗੇ ਉਹਨਾਂ ਦੇ ਫੋਰੈਂਸਿਕਸ ਕੀਤੀ ਜਾ ਰਹੀ ਹੈਗੀ ਹੈ, ਉਹ ਤੋਂ ਵੀ ਜੋ ਗੱਲਾਂ ਸਾਹਮਣੇ ਆਉਂਗੀ, ਉਹਦੀ CDR ਦੀ ਪੜਤਾਲ ਕਰ ਰਹੇ ਹੈਗੇ ਆ, ਉਹ ਤੋਂ ਵੀ ਜੋ ਗੱਲਾਂ ਸਾਹਮਣੇ ਆਉਂਗੀਆਂ ਉਹਨਾਂ ਨੂੰ ਸਾਰਿਆਂ ਨੂੰ ਰੱਖਦਿਆਂ ਹੋਇਆਂ ਇੱਕ ਇਕੱਠੀ ਜਿਹੜੀ ਹੈਗੀ ਆਪਾਂ ਵਧੀਆ ਤਰੀਕੇ ਨਾਲ ਡੀਪ ਇਨਵੈਸਟੀਗੇਸ਼ਨ ਜਿਹੜੀ ਉਹ ਕਰਾਂਗੇ। ਸਰ ਜਿਸ ਹੈਗੀ ਹੈ ਕਿ ਇਹ ਦੋਨੋਂ ਏਰੀਆ ਡਿਫਰੈਂਟ ਹੈਗੇ ਨੇ, ਔਰ ਜਿਹੜਾ ਉਹ ਇਨਸੀਡੈਂਟ ਹੋਇਆ ਸੀਗਾ ਉਹ ਸੈਪਰੇਟ ਇਨਸੀਡੈਂਟ ਸੀਗਾ। ਉਹ ਬੰਦੇ ਨੇ ਆਪਣੇ ਕਨਪਟੀ ਤੇ ਵੈਪਨ ਰੱਖ ਕਰਕੇ ਜਿਹੜਾ ਹੈਗਾ ਉਹ ਵੈਪਨ ਚਲਾਇਆ ਸੀਗਾ, ਸੁਸਾਈਡ ਕੀਤਾ ਸੀਗਾ, ਔਰ ਆ ਯੂਨਿਟ ਔਰ ਉਹ ਯੂਨਿਟ ਡਿਫਰੈਂਟ ਹੈਗੀਆਂ ਨੇ। ਦੀਜ਼ ਆਰ ਬੋਥ ਡਿਫਰੈਂਟ। ਨਹੀਂ ਬਿਲਕੁਲ, ਦੇਖੋ ਜੀ, ਹੀ ਵਾਜ਼ ਇਨ ਕੈਂਟੋਨਮੈਂਟ ਏਰੀਆ। ਆਰਮੀ ਦੀ ਵੀ ਆਪਣੀ ਪੜਤਾਲ ਚੱਲਦੀ ਹੈ, ਕੋਰਟ ਆਫ ਇਨਕੁਆਇਰੀ ਚੱਲਦੀ ਹੈਗੀ ਹੈ, ਪੁਲਿਸ ਦੀ ਆਪਣੀ ਇਨਵੈਸਟੀਗੇਸ਼ਨ ਚੱਲਦੀ ਹੈਗੀ ਹੈ, ਬੋਥ ਆਰ ਗੋਇੰਗ ਪੈਰਲਲ। ਅਸੀਂ ਸਾਂਝਾ ਆਪਰੇਸ਼ਨ ਕਰਕੇ ਜਿਹੜਾ ਹੈਗਾ ਇਹ ਬੰਦੇ ਨੂੰ ਹੁਣ ਨੈਪ ਕਰ ਲਿਆ ਹੈਗਾ, ਅਰੈਸਟ ਕਰ ਲਿਆ ਹੈਗਾ। ਹੀ ਵਾਜ਼ ਵਿਦ ਅਸ ਓਨਲੀ, ਉਹਨੇ ਕਿਤੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਨਹੀਂ ਸਰ ਉਹਦੇ ਨਾਲ ਰਿਹਾ ਤੁਹਾਡੇ ਜਦੋਂ ਕਰਦੇ ਤੁਸੀਂ ਇਨਵੈਸਟੀਗੇਸ਼ਨ ਕਰਦੇ ਰਹੇ ਹੋ? ਦੇਖੋ ਜੀ, ਪਹਿਲਾਂ ਕੋਰਟ ਆਫ ਇਨਕੁਆਇਰੀ ਚੱਲ ਰਹੀ ਸੀਗੀ, ਉੱਥੇ ਉਹਦੇ ਕੋਲੋਂ ਪੁੱਛਗਿੱਛ ਹੋ ਰਹੀ ਸੀਗੀ, ਕਾਫੀ ਡੂੰਘਾਈ ਨਾਲ ਪੜਤਾਲ ਉੱਥੇ ਵੀ ਕੀਤੀ ਹੈਗੀ ਹੈ। ਉੱਥੇ ਵੀ ਉਹਨੇ ਕਈ ਤਰੀਕਾਂ ਦੀਆਂ ਕਹਾਣੀਆਂ ਬਣਾ ਕਰਕੇ ਦੱਸੀਆਂ, ਜਿਹਦੇ ਬੇਸ 'ਤੇ ਸਾਡਾ ਸ਼ੱਕ ਜਿਹੜਾ ਹੈਗਾ ਲਗਾਤਾਰ ਪੱਕਾ ਹੁੰਦਾ ਚਲਾ ਗਿਆ। ਫਿਰ ਅਸੀਂ ਜਦੋਂ ਆਪਣੇ ਕੋਲ ਲੈ ਕਰਕੇ ਆਏ, ਉਹਨੂੰ ਜਦੋਂ ਪੁੱਛ ਪੜਤਾਲ ਕੀਤੀ, ਉਹਦੇ ਵਿੱਚ ਉਹਦੇ ਕੁਝ ਸਟੇਟਮੈਂਟ ਸੀਗੇ ਜਿਹੜੇ ਕਿ ਵੱਖਰੇ ਟਾਈਮ ਤੇ ਵੱਖਰੇ ਸਟੇਟਮੈਂਟ ਦੇ ਰਿਹਾ ਸੀਗਾ। ਉਸੇ ਕਰਕੇ ਸਾਨੂੰ ਸ਼ੱਕ ਜਿਹੜਾ ਹੈਗਾ ਸਾਡਾ ਵੱਧਦਾ ਗਿਆ, ਔਰ ਫਿਰ ਜਦੋਂ ਆਪਾਂ ਡੂੰਘਾਈ ਨਾਲ ਉਹਦੀ ਪੁੱਛਗਿੱਛ ਕੀਤੀ ਤਾਂ ਹੀ ਰਿਵੀਲਡ ਐਵਰੀਥਿੰਗ ਜਿਹੜੀ ਕਿ ਉਹਨੇ ਕੀਤੀ ਸੀਗੀ। ਇਸ ਕੇਸ ਪੁਲਿਸ ਕੋਲੇ ਆਈ ਵਿਟਨੈਸ ਨਹੀਂ ਹੈ, ਕੀ ਲੱਗਦਾ ਹੈ ਵੀ ਸਜ਼ਾ ਮਿਲ ਪਾਊਗੀ? ਦੇਖੋ ਜੀ, ਬਿਲਕੁਲ ਸਜ਼ਾ ਹੋਊਗੀ। ਇਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ, ਆਪਾਂ ਸਾਇੰਟੀਫਿਕ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ, ਔਰ ਜੋ ਐਂਗਲ ਇਹਦੇ ਵਿੱਚ ਸਾਨੂੰ ਕਵਰ ਕਰਨ ਦੀ ਕੋਸ਼ਿਸ਼ ਹੈਗੀ ਹੈ ਉਹ ਆਪਾਂ ਕਰਾਂਗੇ। ਵੀ ਹੈਵ ਆਲਰੇਡੀ ਜਿਹੜਾ ਹੈਗਾ ਰਿਕਵਰਡ ਦੀ ਐਮੂਨੀਸ਼ਨਸ, ਉਹਦੀ ਨਿਸ਼ਾਨਦੇਹੀ ਤੇ ਲੈ ਜਾ ਕਰਕੇ ਆਪਾਂ ਮੌਕੇ ਤੇ ਐਮੂਨੀਸ਼ਨ ਰਿਕਵਰ ਕੀਤੇ ਹੈਗੇ ਨੇ। ਉਹ ਜਿਹੜਾ ਪਾਊਚ ਹੈਗਾ ਜਿਹਦੇ 'ਚ ਉਹਨੇ ਵੈਪਨ ਰੱਖਿਆ ਸੀਗਾ ਉਹ ਰਿਕਵਰ ਕੀਤਾ ਹੈਗਾ। ਜਿਹੜੇ ਪਾਊਚ 'ਚ ਉਹਨੇ ਖੋਲ ਰੱਖੇ ਸੀਗੇ, ਜਿਹੜੇ ਕਾਰਤੂਸ ਰੱਖੇ ਸੀਗੇ, ਉਹ ਵੀ ਰਿਕਵਰ ਕੀਤਾ ਹੈਗਾ। ਤਾਂ ਆਈ ਥਿੰਕ ਜਿਹੜੀ ਇਨਵੈਸਟੀਗੇਸ਼ਨ ਸਾਡੀ ਹੈਗੀ ਉਹ ਬਿਲਕੁਲ ਠੀਕ ਰੂਟ ਤੇ ਚੱਲ ਰਹੀ ਹੈਗੀ ਹੈ। आफ्टर गेटिंग इट क्लियर कि यही बंदा है जिन्हें किया है ऑफेंस, ताही आप सामने आकर के बैठ करके इतने प्रेस कॉन्फ्रेंस कर रहे हैं। हमारी साथ साथ जो इंटरनल इंक्वायरी होती है वो चल रही है ऑलरेडी, लेकिन अभी चूँकि ये एक मर्डर का केस है तो ये पुलिस के थ्रू रूट होता है, और जब पुलिस का ये कार्रवाई चलेगा साथ ही साथ हमारी जो भी लीगल प्रोसीजर होंगी, जैसे जैसे घटनाक्रम आगे बढ़ेगी उसमें आर्मी उसी तरह से पार्टिसिपेट करेगी। थैंक यू ਸਰ ਵੈਪਨ ਕਿਸ ਤਰ੍ਹਾਂ ਚੋਰੀ ਕੀਤਾ ਉਹਨਾਂ ਦੀ ਇਹ ਕਹਾਣੀ ਸਾਹਮਣੇ ਆਈ ਹੈ, ਕਿਉਂਕਿ ਉੱਥੇ ਕਾਫੀ ਗਾਰਡ ਜਿੰਨੀ ਕਿ ਪੜਤਾਲ ਆਪਾਂ ਹੁਣ ਤੱਕ ਕੀਤੀ ਹੈ, ਇਹ ਸੁੱਤੇ ਹੋਏ ਬੰਦੇ ਕੋਲੋਂ ਇਹਨੇ ਵੈਪਨ ਚੋਰੀ ਕੀਤਾ ਸੀਗਾ। ਬਾਕੀ ਹੁਣ ਹਜੇ ਡੂੰਘਾਈ ਨਾਲ ਜਿਹੜੀ ਇਹਦੀ ਪੁੱਛਗਿੱਛ ਕਰਨੀ ਰਹਿੰਦੀ ਹੈਗੀ ਹੈ ਕਿ ਕਿਹੜੇ ਹਾਲਾਤਾਂ 'ਚ ਕਿੱਥੋਂ ਕਿਸ ਪੁਆਇੰਟ ਤੇ ਇਹਨੇ ਵੈਪਨ ਚੋਰੀ ਕੀਤਾ ਹੈਗਾ, ਉਹ ਸਾਰਾ ਕੁਝ ਆਪਾਂ ਪੁੱਛ ਪੜਤਾਲ ਹਜੇ ਕਰ ਰਹੇ ਹੈਗੇ ਹਾਂ।
ਸਰ ਰਿਮਾਂਡ ਦਿੱਤਾ ਕੋਈ ਪੁਲਿਸ ਰਿਮਾਂਡ ਹਜੇ ਪੇਸ਼ ਕਰਾ ਰਹੇ ਗਿਆ, ਪੇਸ਼ ਕਰਾਉਣ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਰਿਮਾਂਡ ਮਿਲ ਜੂਗਾ। ਸਰ ਇੱਕ ਹੋਰ ਆਪਣਾ ਦੱਸਦੇ ਕਿ ਬਠਿੰਡਾ ਛਾਉਣੀ 'ਚ ਵਾਪਰੀ ਵਾਰਦਾਤ ਦੇ ਕਾਰਨ ਸਨਸਨੀ ਫੈਲ ਗਈ ਸੀ। ਕੁਝ ਲੋਕ ਇਸ ਨੂੰ ਆਤੰਕੀ ਹਮਲਾ ਦੱਸ ਰਹੇ ਸੀ, ਪਰ ਪੰਜਾਬ ਪੁਲਿਸ ਵੱਲੋਂ ਇਹ ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਸੀ ਕਿ ਇਹ ਆਤੰਕੀ ਹਮਲਾ ਨਹੀਂ ਹੈ। ਹੁਣ ਦੇਖਣਾ ਹੋਵੇਗਾ ਕਿ ਕਾਬੂ ਕੀਤੇ ਗਏ ਜਵਾਨ ਤੋਂ ਪੰਜਾਬ ਪੁਲਿਸ ਕੀ ਖੁਲਾਸੇ ਕਰਵਾਉਂਦੀ ਹੈ। ਬਠਿੰਡਾ ਤੋਂ ਸੁਖਜਿੰਦਰ ਮਾਨ ਦੀ ਰਿਪੋਰਟ, D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी देख रहे हो D5 चैनल पंजाबी, जिहड़ा लॉन्च हो चुका है हुण कैनेडा विच।